सो इसका 20% आलमोस्ट जिहड़ा हो जाता है लगभग 11,000 रुपया असी इनकम टैक्स जिहड़ा है एड ऑन एक्सट्रा पे कर चुके हैं 2020-21 ਦੇ ਵਿੱਚ। सो ਇਹਦੇ ਲਈ ਸਾਨੂੰ ਕੀ ਕਰਨਾ ਪਊਗਾ ਤਾਂ ਮੋਸਟਲੀ ਜਿਹੜੇ ਸਾਡੇ ਇੰਪਲਾਈਜ਼ ਨੇ ਉਹਨਾਂ ਨੇ 2021-22 ਦੀ ਜਿਹੜੀ ਰਿਟਰਨ ਹੈ ਸੌਰੀ 2020-21 ਦੀ ਜਿਹੜੀ ਰਿਟਰਨ ਹੈ ਇਹ ਸਾਰੀ ਇਨਕਮ ਉੱਥੇ ਐਡ ਕੀਤੀ ਹੈ ਅਦਰ ਇਨਕਮ ਦੇ ਵਿੱਚ ਪਾ ਕੇ ਅਸੀਂ ਜਿਹੜਾ ਇਹ ਇਨਕਮ ਟੈਕਸ ਪੇ ਕੀਤਾ ਹੈ। ਸੋ ਅੱਜ ਦੀ ਇਸ ਵੀਡੀਓ ਉਹਨਾਂ ਇਨਕਮ ਟੈਕਸ ਪੇਜ ਦੇ ਲਈ ਹੈ ਜਿਹੜੇ NPS ਸਬਸਕ੍ਰਾਈਬਰਸ ਨੇ ਭਾਵ ਸਟੇਟ ਗਵਰਨਮੈਂਟ ਇੰਪਲਾਈਜ਼ ਨੇ ਜਿਨ੍ਹਾਂ ਨੂੰ ਸਰਕਾਰ ਨੇ 14% NPS ਜਿਹੜਾ ਇੰਪਲਾਇਰ ਸ਼ੇਅਰ ਦੇ ਉੱਪਰ ਰਿਬੇਟ ਦਿੱਤੀ ਹੈ ਇਨਕਮ ਟੈਕਸ ਦੇ ਵਿੱਚ। पर असीं गल करांगे इस वीडियो दे विच असीं उस इनकम टैक्स की जिहड़ा असीं पिछले सालां दे दौरान जिहड़ा असीं ऑलरेडी पे कर चुके हैं किस तरह असीं इनकम टैक्स रिटर्न जिहड़ी 21-22 दी असीं फाइल करनी है उस तो पहलां ਜਿਹੜੀਆਂ ਅਸੀਂ 20-21 ਦੀ ਰਿਟਰਨ ਦੇ ਵਿੱਚ ਅਸੀਂ 20% ਟੈਕਸ ਜਿਹੜਾ ਹੈ ਆਪਣੇ 14% ਸ਼ੇਅਰ ਦੇ ਉੱਪਰ ਆਲਰੇਡੀ ਪੇ ਕਰ ਚੁੱਕੇ ਹਾਂ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਬੈਨੀਫਿਟ ਕਿਸ ਤਰ੍ਹਾਂ ਲੈ ਸਕਦੇ ਹਾਂ। ਸੋ ਅਸੀਂ ਇਸ ਵੀਡੀਓ ਦੇ ਵਿੱਚ ਇੱਕ ਕੇਸ ਸਟੱਡੀ ਕਰਾਂਗੇ ਤੇ ਕਿਸ ਤਰ੍ਹਾਂ ਅਸੀਂ ਵੱਧ ਤੋਂ ਵੱਧ ਜਿਹੜਾ ਬੈਨੀਫਿਟ ਹੈ ਜਿਹੜਾ ਪੁਰਾਣਾ ਟੈਕਸ ਅਸੀਂ ਜਮ੍ਹਾਂ ਕਰਾ ਚੁੱਕੇ ਹਾਂ ਉਹ ਕਿਸ ਤਰ੍ਹਾਂ ਅਸੀਂ ਕਲੇਮ ਕਰ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਵੱਧ ਤੋਂ ਵੱਧ ਜਿਹੜਾ ਬੈਨੀਫਿਟ ਹੈ ਉਹ ਲੈ ਸਕਦੇ ਹਾਂ। सो इसनूं समझण दे लई प्लीज़ मेरी रिक्वेस्ट है कि वीडियो नूं एंड तक बड़े ध्यान दे नाल देखो क्योंकि हर इंडिविजुअल दा जिहड़ा टैक्स पेयर दा जिहड़ा केस है वो डिफरेंट हुंदा है। सो सारे नूं असीं कॉमनली डील नहीं कर सकते बट एक सजैशन है कॉमनली कि किस तरह असीं जिहड़ा इनकम टैक्स अपना सेव कर सकते हैं। सो स्टार्ट करते हैं सब तो पहला असीं ब्रीफली जिहड़ा सानूं पिछले समय दे विच गवर्नमेंट ने जो नोटिफिकेशनस कीते ने 1 मिनट दे विच असीं वो डिस्कस कर लैंदे हां। सो इहदे बारे ऑलरेडी बहुत वीडियोज़ जिहड़ियां ने आ चुकीआं ने ਜਿਹੜਾ 14% ਜਿਹੜਾ ਗਵਰਨਮੈਂਟ ਨੇ ਸਾਨੂੰ ਇੰਪਲਾਇਰ ਸ਼ੇਅਰ ਦੇ ਉੱਪਰ ਰਿਬੇਟ ਦਿੱਤੀ ਹੈ ਸਟੇਟ ਇੰਪਲਾਈਜ਼ ਨੂੰ ਕਿਉਂਕਿ ਆਲਰੇਡੀ ਜਿਹੜਾ 10% ਦੇ ਉੱਪਰ ਰਿਬੇਟ ਸਾਨੂੰ ਹੈਗੀ ਸੀ ਬਟ ਜਿਹੜਾ ਐਕਸਟਰਾ 4% ਸ਼ੇਅਰ ਸੀ ਉਹਦੇ ਵਿੱਚ ਅਸੀਂ ਇਨਕਮ ਟੈਕਸ ਜਿਹੜਾ ਇਹ 2020-21 ਜਿਹੜਾ ਫਾਈਨੈਂਸ਼ੀਅਲ ਈਅਰ ਨਿਕਲ ਚੁੱਕਿਆ ਉਹਦੇ ਉੱਪਰ ਅਸੀਂ ਆਲਰੇਡੀ ਪੇ ਕਰ ਚੁੱਕੇ ਹਾਂ ਤੇ ਬਹੁਤ ਸਾਰੇ ਜਿਹੜੇ ਇੰਪਲਾਈਜ਼ ਨੇ ਉਹਨਾਂ ਨੇ ਲਗਭਗ 15 ਤੋਂ 20 ਹਜ਼ਾਰ ਜਿਹੜਾ ਇਨਕਮ ਟੈਕਸ ਜਿਹੜਾ ਉਹ ਐਕਸਟਰਾ ਪੇ ਕੀਤਾ ਹੈ ਪਿਛਲੇ 20-21 ਅਸੈਸਮੈਂਟ ਆਪਣੇ ਫਾਈਨੈਂਸ਼ੀਅਲ ਈਅਰ ਦੇ ਵਿੱਚ। एक्चुअल ਦੇ ਵਿੱਚ ਕੇਸ ਕੀ ਸੀ ਕਿ ਸੈਂਟਰ ਗਵਰਨਮੈਂਟ ਵੱਲੋਂ 2019 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀ ਕਿ ਜਿਹੜਾ ਸਾਡਾ 10% ਸ਼ੇਅਰ ਸੀ NPS ਇੰਪਲਾਇਰ ਸ਼ੇਅਰ ਸੀ 10% ਉਸ ਨੂੰ ਵਧਾ ਕੇ 14% ਕਰ ਦਿੱਤਾ ਗਿਆ ਸੀ ਤੇ ਸਟੇਟ ਗਵਰਨਮੈਂਟ ਜਿਹੜੇ ਇੰਪਲਾਈ ਸੀ ਉਹਨਾਂ ਵਾਸਤੇ ਸਟੇਟ ਦੇ ਉੱਪਰ ਫੈਸਲਾ ਛੱਡ ਦਿੱਤਾ ਗਿਆ ਸੀ ਕਿ ਉਹਨਾਂ ਨੇ 14% ਵਧਾਉਣਾ ਹੈ 14% ਕਰਨਾ ਹੈ ਜਾਂ ਨਹੀਂ ਕਰਨਾ। ਸੋ ਸੈਂਟਰ ਨੇ ਜਿਹੜਾ ਇਹ ਕੀਤਾ ਸੀ ਇਹ ਲਾਗੂ ਕਰਤਾ ਸੀ 1 ਅਪ੍ਰੈਲ 2019 ਦੇ ਵਿੱਚ। ਸੋ ਉਹਨਾਂ ਨੇ ਆਪਣੇ ਜਿਹੜੇ EMPLOYEE ਸੀ 1/4/19 ਨੂੰ ਉਹਨਾਂ ਨੂੰ ਵਧਾ ਕੇ 14% ਸ਼ੇਅਰ ਜਿਹੜਾ ਦੇਣਾ ਸਟਾਰਟ ਕਰਤਾ ਸੀ ਤੇ ਨਾਲ ਹੀ ਨੋਟੀਫਿਕੇਸ਼ਨ ਕਰਤਾ ਸੀ ਕਿ ਇਸ 14% ਦੇ ਉੱਪਰ ਉਹਨਾਂ ਨੂੰ ਕੰਪਲੀਟ ਰਿਬੇਟ ਸੀ ਕਿਉਂਕਿ ਸਟੇਟਸ ਨੇ ਅਜੇ ਅਪਲਾਈ ਨਹੀਂ ਸੀ ਕੀਤਾ। ਸੋ ਜਿਹੜੇ ਸਟੇਟ EMPLOYEE ਸੀ ਉਹਨਾਂ ਨੂੰ ਕੇਵਲ 10% ਸ਼ੇਅਰ ਦੇ ਉੱਪਰ ਹੀ ਰਿਬੇਟ ਸੀ ਉਸ ਟਾਈਮ। ਸੋ ਇਸੇ ਕਰਕੇ ਜਿਹੜਾ ਅਸੀਂ 19-20 ਦੇ ਵਿੱਚ ਜਦੋਂ ਪੰਜਾਬ ਗਵਰਨਮੈਂਟ ਨੇ ਇਸ ਨੂੰ ਲਾਗੂ ਕੀਤਾ ਪੰਜਾਬ ਗਵਰਨਮੈਂਟ ਨੇ ਲਾਗੂ ਕਦੋਂ ਕੀਤਾ ਪੰਜਾਬ ਗਵਰਨਮੈਂਟ ਨੇ 1/4/20 ਤੋਂ ਇਸ ਨੂੰ ਸਟਾਰਟ ਕੀਤਾ ਪੇ ਦੇ ਨਾਲ ਸੈਲਰੀ ਦੇ ਨਾਲ 14% ਜਿਹੜਾ NPS ਸ਼ੇਅਰ ਸੀ ਉਸ ਨੂੰ ਤੁਹਾਡੇ ਅਕਾਊਂਟਸ ਦੇ ਵਿੱਚ ਕ੍ਰੈਡਿਟ ਕਰਨਾ ਬਟ ਜਦੋਂ ਲਾਗੂ ਕੀਤਾ ਕਦੋਂ 1/4/19 ਤੋਂ। ਸੋ ਇਹਦੇ ਨਾਲ ਹੋਇਆ ਕੀ ਆਪਾਂ ਇੱਕ ਕੇਸ ਸਟੱਡੀ ਕਰਦੇ ਹਾਂ ਇਸ ਦੇ ਨਾਲ ਹੋਇਆ ਕੀ ਕਿ ਜਿਹੜਾ ਤੁਹਾਡਾ ਏਰੀਅਰ ਸੀ ਜੋ ਸਾਡੇ ਪਾਸ ਏਰੀਅਰ ਆਇਆ ਕਿਸ ਦਾ 1/4/19 ਤੋਂ ਲੈ ਕੇ 31 ਮਾਰਚ 20 ਤੱਕ ਦਾ ਉਹ ਸਾਰਾ ਏਰੀਅਰ ਜਿਹੜਾ ਹੈ ਫਾਈਨੈਂਸ਼ੀਅਲ ਈਅਰ 2021 ਦੇ ਵਿੱਚ ਸਾਡਾ ਐਡ ਅਪ ਹੋ ਗਿਆ। ਸੋ ਜਿਵੇਂ ਸਾਡੇ ਪਾਸ ਇੱਕ ਕੇਸ ਅਸੀਂ ਦੇਖ ਲੈਂਦੇ ਹਾਂ ਇਹ ਸਾਡੇ ਪਾਸ ਕੋਈ ਇੰਪਲਾਈ ਹੈ ਲਗਭਗ 2014 ਦਾ ਅਪੁਆਇੰਟੀ ਹੈ। ਸੋ ਜੇ ਅਸੀਂ ਧਿਆਨ ਨਾਲ ਦੇਖੀਏ ਕਿ ਮਾਰਚ 2000 ਜਿਹੜੀ 20 ਦੀ ਸੈਲਰੀ ਸੀ ਜੋ ਅਸੀਂ ਮਾਰਚ ਸੀ ਪੇਡ ਇਨ ਅਪ੍ਰੈਲ ਆਇਆ ਉਹਦੇ ਵਿੱਚ ਸਾਡੇ ਪਾਸ ਜਿਹੜਾ ਸ਼ੇਅਰ ਸੀ ਉਹ ਵੱਧ ਕੇ ਆਇਆ ਇੱਥੇ ਅਸੀਂ ਦੇਖੀਏ ਜੇ ਤਾਂ ਇਹ ਸਾਡਾ 10% ਹੈ ਇਹ ਇੰਪਲਾਈ ਸ਼ੇਅਰ ਹੈ ਤੇ ਇਹ 14% ਹੈ ਇੰਪਲਾਇਰ ਸ਼ੇਅਰ ਹੈ ਤਾਂ ਇਸ ਤੋਂ ਬਾਅਦ ਵਾਲੇ ਸਾਰੇ ਸ਼ੇਅਰ ਜਿਹੜੇ ਸੀ ਉਹ ਵੱਧ ਕੇ ਆਣੇ ਸ਼ੁਰੂ ਹੋ ਗਏ। ਬਟ ਇਹਦੇ ਨਾਲ ਹੀ ਗਵਰਨਮੈਂਟ ਨੇ ਕੀ ਕੀਤਾ ਨਵੰਬਰ ਦੇ ਮਹੀਨੇ ਦੇ ਵਿੱਚ ਜਾ ਕੇ ਜੋ ਸਾਡਾ ਪਹਿਲਾਂ ਦਾ ਸ਼ੇਅਰ ਸੀ ਜਿਹੜਾ ਪੈਂਡਿੰਗ ਸੀ 4% ਇਹ ਵਾਲਾ ਜਾਂ ਇਹ ਵਾਲਾ ਲਗਭਗ 2216 ਰੁਪਈਆ ਪਿਛਲੇ ਸਾਲ ਦਾ ਉਹ 11 ਏਰੀਅਰ ਜਿਹੜੇ ਨੇ ਸਾਡੇ ਕਿਉਂਕਿ ਮਾਰਚ ਪੇਡ ਇਨ ਅਪ੍ਰੈਲ ਸਾਨੂੰ ਮਿਲ ਗਿਆ ਇੱਥੇ ਨਾਲ ਹੀ। ਸੋ ਪਿਛਲੇ ਸਾਲ ਦੇ ਸਾਡੇ ਪਾਸ 11 ਮੰਥਸ ਦਾ ਜਿਹੜਾ ਸਾਡਾ ਏਰੀਅਰ ਸੀ ਉਹ ਵੀ ਸਾਨੂੰ 2020-21 ਦੇ ਵਿੱਚ ਕ੍ਰੈਡਿਟ ਕਰਤਾ। ਸੋ ਜਿਹੜੇ ਬਹੁਤ ਸਾਰੇ ਇੰਪਲਾਈਜ਼ ਸੀ ਜਿਹੜੇ ਸਟੇਟ ਦੇ ਇੰਪਲਾਈਜ਼ ਨੇ ਉਹ ਮੋਸਟਲੀ ਜਿਹੜੇ ਆਉਂਦੇ ਨੇ ਉਹ 20% ਇਨਕਮ ਟੈਕਸ ਦੇ ਵਿੱਚ ਆਉਂਦੇ ਸੀ ਜਿਹੜੇ NPS ਇੰਪਲਾਈਜ਼ ਸੀ। ਸੋ ਲਗਭਗ 95% ਇੰਪਲਾਈਜ਼ ਨੇ ਜਿਹੜਾ ਇਹ ਵਾਲਾ ਸਾਨੂੰ
एक्स्ट्रा जिहड़ा सानू ये वाला 4% एरियर मिलिया, इहनूं असीं 2020-21 ਦੀ इनकम ਦੇ ਵਿੱਚ ਹੀ ਐਡ ਕਰ ਲਿਆ ਤੇ ਇਹਦੇ ਉੱਪਰ ਅਸੀਂ 20% ਜਿਹੜਾ ਟੈਕਸ ਹੈ ਉਹ ਪੇ ਕਰਤਾ। ਜਦੋਂ ਕਿ ਸਾਨੂੰ ਚਾਹੀਦਾ ਕੀ ਸੀ, ਸਾਨੂੰ ਚਾਹੀਦਾ ਇਹ ਸੀ ਕਿ ਅਸੀਂ ਇਸ NPS ਨੂੰ, ਜੋ ਸਾਨੂੰ ਏਰੀਅਰ ਮਿਲਿਆ ਸੀ, ਇਹ ਸਾਡਾ ਏਰੀਅਰ ਸੀ, ਸਾਨੂੰ ਚਾਹੀਦਾ ਕੀ ਸੀ ਕਿ ਅਸੀਂ 2019-20 ਦੀ ਜਿਹੜੀ ਰਿਟਰਨ ਸੀ ਅਸੀਂ ਉਸ ਨੂੰ ਰਿਵਾਈਜ਼ ਕਰਦੇ ਆਪਣੀ ਰਿਟਰਨ ਨੂੰ, ਤੇ ਇਹ ਵਾਲਾ ਜਿਹੜਾ ਏਰੀਅਰ ਹੈ ਇਸ ਨੂੰ ਅਸੀਂ 19-20 ਦੇ ਵਿੱਚ ਸ਼ੋਅ ਕਰਦੇ, ਭਾਵੇਂ ਕਿ ਬੈਨੀਫਿਟ ਸਾਨੂੰ ਨਹੀਂ ਸੀ ਮਿਲਣਾ। ਇਸੇ ਕਰਕੇ ਅਸੀਂ 20-21 ਦੇ ਵਿੱਚ ਸਾਰਾ ਜਿਹੜਾ NPS ਇੱਥੇ ਐਡ ਕਰ ਲਿਆ। ਜੇ ਅਸੀਂ ਅੰਦਾਜ਼ਾ ਲਾਈਏ ਤਾਂ ਲਗਭਗ ਇਹ 2216 ਰੁਪਏ ਹੈ, ਤੇ ਲਗਭਗ ਇਹਦੇ ਵਿੱਚ ਵੀ ਸਾਡੇ ਪਾਸ ਲਗਭਗ 2300-2400 ਰੁਪਏ ਦਾ ਮਾਰਜਨ ਆ। ਤਾਂ ਜੇ ਅਸੀਂ 2400 ਗੁਣਾ 23 ਕਿਸ਼ਤਾਂ ਨੇ ਸਾਡੇ ਪਾਸ, 11 ਸਾਡੇ ਪਾਸ ਏਰੀਅਰ ਨੇ ਤੇ 12 ਸਾਡੇ ਪਾਸ ਇਸ ਵਾਰ ਦੀਆਂ ਨੇ, ਤਾਂ ਜੇ 2400 ਗੁਣਾ ਅਸੀਂ 23 ਕਰ ਲੈਂਦੇ ਹਾਂ, ਲਗਭਗ 55,200 ਰੁਪਇਆ ਬਣਦਾ ਹੈ, ਜਿਹਦੇ ਪਰ ਅਸੀਂ 20% ਟੈਕਸ ਜਿਹੜਾ ਇਹ ਪੇ ਕੀਤਾ ਹੈ। ਸੋ ਇਸ ਦਾ 20% ਆਲਮੋਸਟ ਜਿਹੜਾ ਹੋ ਜਾਂਦਾ ਹੈ ਲਗਭਗ 11,000 ਰੁਪਇਆ ਅਸੀਂ ਇਨਕਮ ਟੈਕਸ ਜਿਹੜਾ ਇਹ ਐਡ ਔਨ ਐਕਸਟਰਾ ਪੇ ਕਰ ਚੁੱਕੇ ਹਾਂ 2020-21 ਦੇ ਵਿੱਚ। ਸੋ ਹੁਣ ਸਾਨੂੰ ਕੀ ਕਰਨਾ ਪਏਗਾ ਕਿ ਅਸੀਂ ਇਸ ਟੈਕਸ ਨੂੰ ਆਪਣੇ ਨੂੰ ਰਿਫੰਡ ਕਰਾ ਸਕੀਏ। ਸੋ ਇਸ ਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਸੋ ਹੋਰ ਵੀ ਬਹੁਤ ਸਾਰੇ ਸਾਥੀਆਂ ਦੀਆਂ ਇਸ ਦੇ ਰਿਗਾਰਡਿੰਗ ਕਾਲਸ ਆਉਂਦੀਆਂ ਰਹਿੰਦੀਆਂ ਨੇ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਸੋ ਇੱਕ ਤਾਂ ਦੇਖੋ ਇਸ ਵਾਰ ਤਾਂ ਸਾਨੂੰ ਬੈਨੀਫਿਟ ਮਿਲ ਹੀ ਗਿਆ ਹੈ, 2021-22 ਦੇ ਲਈ ਅਸੀਂ ਆਲਰੇਡੀ ਜਿਹੜਾ ਬੈਨੀਫਿਟ ਆ ਉਹ ਤਾਂ ਅਸੀਂ ਆਪਣੀ ਇਸ ਰਿਟਰਨ ਦੇ ਵਿੱਚ ਜੋ ਸਾਡਾ 14% ਸ਼ੇਅਰ ਹੈ ਇਹਦੇ ਉੱਪਰ ਅਸੀਂ ਕਲੇਮ ਕਰ ਹੀ ਲੈਣਾ ਹੈ। ਬਟ ਜੋ ਅਸੀਂ ਆਲਰੇਡੀ ਏਰੀਅਰ ਫਾਰਮ ਦੇ ਵਿੱਚ ਇਹ ਵਾਲਾ ਜਿਹੜਾ ਹੈ ਇਹਦੇ ਪਰ ਅਸੀਂ ਲਗਭਗ 55,000 ਦੇ ਉੱਪਰ ਜਿਹੜਾ ਇਨਕਮ ਟੈਕਸ ਪੇ ਕਰ ਚੁੱਕੇ ਹਾਂ। ਸੋ ਇਹਦੇ ਲਈ ਸਾਨੂੰ ਕੀ ਕਰਨਾ ਪਊਗਾ, ਤਾਂ ਮੋਸਟਲੀ ਜਿਹੜੇ ਸਾਡੇ ਇੰਪਲਾਈਜ਼ ਨੇ ਉਹਨਾਂ ਨੇ 2021-22 ਦੀ ਜਿਹੜੀ ਰਿਟਰਨ ਹੈ, ਸੌਰੀ 2020-21 ਦੀ ਜਿਹੜੀ ਰਿਟਰਨ ਹੈ, ਇਹ ਸਾਰੀ ਇਨਕਮ ਉੱਥੇ ਐਡ ਕੀਤੀ ਹੈ, ਅਦਰ ਇਨਕਮ ਦੇ ਵਿੱਚ ਪਾ ਕੇ ਅਸੀਂ ਜਿਹੜਾ ਇਹ ਇਨਕਮ ਟੈਕਸ ਪੇ ਕੀਤਾ ਹੈ। ਸੋ ਸਾਨੂੰ ਕੀ ਕਰਨਾ ਪਏਗਾ, ਸਾਨੂੰ 2020-21 ਦੀ ਜਿਹੜੀ ਰਿਟਰਨ ਹੈ ਇਹ ਰਿਵਾਈਜ਼ ਕਰਨੀ ਪਏਗੀ। ਇਹ ਤਾਂ ਫਸਟ ਸਟੈਪ ਹੈ ਕਿ ਅਸੀਂ 2020-21 ਦੀ ਜਿਹੜੀ ਰਿਟਰਨ ਹੈ ਉਹਨੂੰ ਰਿਵਾਈਜ਼ ਕਰੀਏ। ਰੀਜ਼ਨ ਕੀ ਹੈ ਕਿ ਜੋ ਸਾਡਾ ਨੋਟੀਫਿਕੇਸ਼ਨ ਕੀਤਾ ਹੈ, ਜੋ ਬਜਟ ਡਾਕੂਮੈਂਟ ਆਇਆ ਉਸ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਕੀ ਕਿਹਾ ਹੈ ਕਿ ਜੋ ਸਾਨੂੰ ਰਿਬੇਟ ਮਿਲਣੀ ਹੈ ਉਹ ਅਸੈਸਮੈਂਟ ਈਅਰ 2020-21, ਸੋ ਅਸੈਸਮੈਂਟ ਈਅਰ 1 ਅਪ੍ਰੈਲ 2020 ਦੀ ਗੱਲ ਕੀਤੀ ਹੈ, ਐਂਡ ਅਕੋਰਡਿੰਗਲੀ ਅਪਲਾਈ ਇਨ ਰਿਲੇਸ਼ਨ ਟੂ ਅਸੈਸਮੈਂਟ ਈਅਰ 2021। ਅਸੈਸਮੈਂਟ ਈਅਰ 2021 ਤੋਂ ਭਾਵ ਹੈ ਫਾਈਨੈਂਸ਼ੀਅਲ ਈਅਰ 19-20, ਭਾਵੇਂ 19-20 ਤੋਂ ਅਸੀਂ ਬੈਨੀਫਿਟ ਜਿਹੜਾ ਲੈ ਸਕਦੇ ਹਾਂ। ਤਾਂ ਪਰ ਲੈਣਾ ਕਿਵੇਂ ਆ ਬੈਨੀਫਿਟ? ਸੋ ਜਿਹੜੀ ਅਸੀਂ ਇਨਕਮ ਜਿਹੜੀ ਹੈ 2020-21 ਦੇ ਵਿੱਚ ਸ਼ੋਅ ਕਰ ਦਿੱਤੀ ਹੈ, ਤਾਂ ਪਹਿਲਾਂ ਤਾਂ ਅਸੀਂ 2020-21 ਦੀ ਜਿਹੜੀ ਇਨਕਮ ਟੈਕਸ ਰਿਟਰਨ ਹੈ ਉਹਨੂੰ ਅਸੀਂ ਰਿਵਾਈਜ਼ ਕਰਾਂਗੇ। ਤਾਂ ਰਿਵਾਈਜ਼ ਕਰਨ ਦੇ ਨਾਲ ਕੀ ਹੋਏਗਾ, ਜਿਹੜਾ ਇਹ ਵਾਲਾ ਮਾਰਜਨ ਹੈ 4%, 2300 ਰੁਪਇਆ ਲਗਭਗ, ਇਹਦੀਆਂ ਜਿਹੜੀਆਂ 11 ਐਂਟਰੀਜ਼ ਨੇ ਸਾਡੀਆਂ ਇੱਥੇ, ਸੌਰੀ 12 ਐਂਟਰੀਜ਼ ਨੇ, ਇਹਨਾਂ ਦੇ ਉੱਪਰ ਅਸੀਂ 20-21 ਦੇ ਵਿੱਚ ਰਿਬੇਟ ਲੈ ਸਕਦੇ ਹਾਂ, ਜਿਹੜਾ ਕਿ ਲਗਭਗ ਤੁਹਾਡਾ 27-28 ਹਜ਼ਾਰ ਰੁਪਇਆ ਬਣਦਾ ਹੈ। ਤੇ ਇਹਦਾ ਜੇ ਅਸੀਂ 20% ਮੰਨ ਕੇ ਚੱਲੀਏ ਕਿ ਤੁਸੀਂ 20% ਕਲੇਮ ਕਰਨਾ ਹੈ, ਤਾਂ ਲਗਭਗ 56-5700 ਰੁਪਇਆ ਜਿਹੜਾ ਇਹ ਤੁਹਾਡਾ ਬਣ ਜਾਂਦਾ ਹੈ। ਹੁਣ ਸਵਾਲ ਰਹਿ ਜਾਂਦਾ 5600 ਤਾਂ ਅਸੀਂ ਕਲੇਮ ਕਰ ਲਾਂਗੇ। ਬਹੁਤ ਸਾਰੇ ਜਿਹੜੇ ਸਾਡੇ ਇੰਪਲਾਈਜ਼ ਨੇ ਉਹ ਇਹ ਕਲੇਮ ਦਾਵਾ ਕਰਦੇ ਨੇ ਕਿ ਜੀ ਇਹ ਵੀ ਤਾਂ ਅਸੀਂ ਇਨਕਮ ਜਿਹੜੀ ਹੈ ਇਸੇ ਸਾਲ ਸ਼ੋਅ ਕੀਤੀ ਹੈ, ਤਾਂ ਅਸੀਂ ਇਸ 14% ਜਿਹੜਾ 4% ਸਾਨੂੰ ਏਰੀਅਰ ਆਇਆ ਹੈ ਇਹ ਜਿਹੜੀ ਅਸੀਂ ਇਨਕਮ ਆਲਰੇਡੀ ਇੱਥੇ ਐਡ ਕਰ ਚੁੱਕੇ ਹਾਂ, ਇਹਦੇ ਪਰ ਅਸੀਂ ਰਿਬੇਟ ਕਿਉਂ ਨਹੀਂ ਲੈ ਸਕਦੇ? ਕਿਉਂਕਿ ਇਹ ਸਾਡਾ ਏਰੀਅਰ ਹੈ। ਜੇ ਅਸੀਂ ਇਸ ਨੂੰ ਵੀ ਇੱਥੇ ਐਡ ਕਰ ਦਿਆਂਗੇ ਤਾਂ ਜਿਹੜਾ ਸਾਡੇ ਪਾਸ 80 CCD ਸੈਕਸ਼ਨ ਦੇ ਵਿੱਚ ਸਾਨੂੰ ਉਹਨਾਂ ਨੇ ਰਿਬੇਟ ਦਿੱਤੀ ਹੈ 14% ਦੇ ਉੱਪਰ, ਜੇ ਅਸੀਂ ਇਹ ਵਾਲਾ 2800 ਰੁਪਏ ਉਹਦੇ ਵਿੱਚ 28,000 ਰੁਪਏ ਐਡ ਕਰ ਲੈਂਦੇ ਹਾਂ ਤਾਂ ਆਲਰੇਡੀ 14% ਤਾਂ ਹੋ ਗਿਆ। ਜੇ ਅਸੀਂ ਇਹ ਵੀ ਐਡ ਕਰ ਦਾਂਗੇ ਤਾਂ ਇਹ ਤਾਂ 14% ਤੋਂ ਕਿਤੇ ਜ਼ਿਆਦਾ ਚਲੇ ਜਾਏਗਾ। ਸੋ ਇੱਕ ਤਰ੍ਹਾਂ ਨਾਲ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਹਾਂ। ਸੋ ਬੈਟਰ ਕੀ ਹੋਏਗਾ ਕਿ ਇਹ ਜਿਹੜਾ 2216 ਰੁਪਇਆ ਹੈ, ਜੇ ਅਸੀਂ 2020-21 ਦੀ ਜਿਹੜੀ ਰਿਟਰਨ ਹੈ ਜੇ ਇਕੱਲੀ ਇਹ ਰਿਵਾਈਜ਼ ਕਰਦੇ ਹਾਂ ਤਾਂ 2216 ਦੀਆਂ ਜਿਹੜੀਆਂ 11 ਤੁਹਾਡੀਆਂ ਕਿਸ਼ਤਾਂ ਨੇ, ਲਗਭਗ 11 ਦੂਣੀ 22, 23-24 ਹਜ਼ਾਰ ਰੁਪਇਆ ਇਹ ਤੁਹਾਡੀ ਇਨਕਮ ਦੇ ਵਿੱਚ ਐਡ ਹੀ ਰਹੇਗਾ। ਭਾਵ ਇਹਦੇ ਪਰ ਤਾਂ ਤੁਹਾਨੂੰ 20-21 ਦੇ ਵਿੱਚ ਟੈਕਸ ਜਿਹੜਾ ਹੈ ਉਹ ਪੇ ਕਰਨਾ ਹੀ ਪੈਣਾ ਹੈ ਜੇਕਰ ਤੁਸੀਂ 20-21 ਦੀ ਰਿਟਰਨ ਦੀ ਗੱਲ ਕਰਦੇ ਹੋ। ਸੋ ਇਸ ਤੋਂ ਬਚਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਇਸ ਤੋਂ ਬਚਣ ਵਾਸਤੇ ਅਸੀਂ ਇੱਕ ਸਟੈਪ ਹੋਰ ਪਿੱਛੇ ਜਾ ਸਕਦੇ ਹਾਂ 2019-20 ਦੀ ਰਿਟਰਨ ਦੇ ਵਿੱਚ। ਜਿਹੜਾ ਇਹ ਸਾਡਾ ਏਰੀਅਰ 2216 ਰੁਪਇਆ ਲਗਭਗ 23,000 ਰੁਪਇਆ ਜਿਹੜਾ ਏਰੀਅਰ ਹੈ, ਇਹਨੂੰ ਸਾਨੂੰ ਚਾਹੀਦਾ ਕਿ ਅਸੀਂ 2019-20 ਦੀ ਰਿਟਰਨ ਦੇ ਵਿੱਚ ਜਾ ਕੇ ਆਪਣੀ ਇਨਕਮ ਦੇ ਵਿੱਚ ਐਡ ਕਰੀਏ। ਸੋ ਇਹਦਾ ਫਾਇਦਾ ਕੀ ਹੋਏਗਾ?
फायदा यह है कि 19-20 की जिहड़ी साडी इनकम है वो तो ਵਧੇਗੀ। कई साडे कैंਡੀਡੇਟ ਕਹਿਣਗੇ कि जी इनकम टैक्स ਵੱਧ ਜਾਊਗਾ ਉਹਦੇ ਨਾਲ ਸਾਡਾ। देखो 19-20 ਦੇ ਵਿੱਚ ਜਦੋਂ ਅਸੀਂ ਇਹ 23,000 ਰੁਪਇਆ ਐਡ ਕਰਨਾ ਹੈ ਤਾਂ 23,000 ਦੇ ਨਾਲ ਸਾਡੀ ਇਨਕਮ ਵੀ ਵਧਣੀ ਹੈ ਇੱਥੇ, ਬਟ ਉਹਦੇ ਨਾਲ ਅਸੀਂ ਰਿਬੇਟ ਵੀ ਜਿਹੜਾ ਉੱਥੇ ਕਲੇਮ ਕਰਨਾ ਹੈ 14% ਪਰ। ਸੋ ਇੱਕ ਤਰ੍ਹਾਂ ਨਾਲ ਜਿਹੜੀ ਸਾਡੀ ਟੈਕਸੇਬਲ ਇਨਕਮ ਹੈ ਉਹ ਚੇਂਜ ਨਹੀਂ ਹੋਣੀ, ਇਹਦੇ ਵਿੱਚ ਕੋਈ ਚੇਂਜ ਨਹੀਂ ਆਣਾ, ਨੋ ਚੇਂਜ। ਸੋ ਜਦੋਂ ਸਾਡੀ ਇਨਕਮ ਟੈਕਸੇਬਲ ਜਿਹੜੀ ਟੈਕਸੇਬਲ ਇਨਕਮ ਉਹਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ ਤਾਂ ਸਾਡੀ ਟੈਕਸ ਲਾਇਬਿਲਿਟੀ ਵੀ ਜਿਹੜੀ ਆ ਉਹ ਕ੍ਰੀਏਟ ਨਹੀਂ ਹੋਣੀ। ਭਾਵ ਜਿਹੜਾ 2019-20 ਦੀ ਜੇ ਤੁਸੀਂ ਰਿਟਰਨ ਰਿਵਾਈਜ਼ ਕਰਦੇ ਹੋ ਤਾਂ ਤੁਹਾਡੀ ਟੈਕਸੇਬਲ ਇਨਕਮ ਦੇ ਵਿੱਚ ਕੋਈ ਤਬਦੀਲੀ ਨਹੀਂ ਆਣੀ। ਕਿਉਂ? ਜਿਹੜੀ ਤੁਸੀਂ ਇਨਕਮ ਐਡ ਕਰਨੀ ਆ ਉਹਨੇ ਦੇ ਉੱਪਰ ਤੁਸੀਂ ਰਿਬੇਟ ਜਿਹੜਾ ਕਲੇਮ ਕਰ ਲੈਣਾ ਹੈ। ਦੂਸਰਾ ਫਾਇਦਾ ਕੀ ਹੋਣਾ ਹੈ ਕਿ ਜਿਹੜੀ ਤੁਹਾਡੀ 2020-21 ਦੀ ਰਿਟਰਨ ਹੈ, ਜਿਹੜੀ ਇਹਦੇ ਵਿੱਚ ਤੁਹਾਡੀ ਇਨਕਮ ਹੈ ਉਹ ਲਗਭਗ ਦੇਖੋ 2216 ਰੁਪਏ ਦਾ ਏਰੀਅਰ, ਇਹ 2014 ਦੇ ਕੈਂਡੀਡੇਟ ਦੀ ਅਸੀਂ ਗੱਲ ਕਰ ਰਹੇ ਹਾਂ, 2014 ਦਾ ਇੰਪਲਾਈ ਹੈ ਕੋਈ, ਤੇ ਇਸ ਤੋਂ ਪਹਿਲਾਂ ਵਾਲੇ ਇੰਪਲਾਈਜ਼ ਨੂੰ ਹੋਰ ਵੀ ਜ਼ਿਆਦਾ ਬੈਨੀਫਿਟ ਹੋ ਜਾਣਾ ਹੈ। ਤੇ ਇੱਕ ਤਾਂ 2216 ਏਰੀਅਰ ਵਾਲੀ ਇਨਕਮ, ਤੇ ਦੂਸਰੀ ਜਿਹੜਾ ਮਾਰਜਨ ਆਇਆ ਸਾਡੇ ਪਾਸ 4% ਵੱਧ ਕੇ ਹਰ ਮੰਥ 2300 ਰੁਪਇਆ। ਸੋ ਲਗਭਗ 56,000 ਦਾ ਟੋਟਲ ਅਮਾਊਂਟ ਜਿਹੜੀ ਹੈ ਤੁਹਾਡੀ ਟੋਟਲ ਇਨਕਮ ਦੇ ਵਿੱਚੋਂ ਘਟ ਜਾਣੀ ਹੈ। ਕਿਉਂ? ਕਿਉਂਕਿ 2216 ਤੁਸੀਂ ਇੱਥੋਂ ਹਟਾਤਾ, ਇਹ ਤੁਸੀਂ 2019-20 ਦੀ ਰਿਟਰਨ ਦੇ ਵਿੱਚ ਸ਼ੋਅ ਕਰਤਾ, ਤੇ ਜਿਹੜਾ ਏਰੀਅਰ ਹੈ 4% ਇੱਥੇ ਵੱਧ ਕੇ ਆ ਰਿਹਾ ਤੁਹਾਡਾ, ਸੌਰੀ ਇਹ ਵਾਲਾ ਹਰ ਮੰਥ ਵੱਧ ਕੇ ਆਣਾ ਸ਼ੁਰੂ ਹੋਇਆ ਏ, ਤਾਂ ਉਹ ਜਿਹੜਾ ਤੁਸੀਂ 4% ਹੈ ਉਹਦੇ ਉੱਪਰ ਅਸੀਂ ਰਿਬੇਟ ਕਲੇਮ ਕਰ ਲੈਣੀ ਆ 80 CCD ਦੇ ਵਿੱਚ, ਜੋ ਨਿਊ ਸੈਕਸ਼ਨ ਦੇ ਵਿੱਚ ਸਟੇਟ ਗਵਰਨਮੈਂਟਸ ਨੂੰ ਇੰਪਲਾਈਜ਼ ਨੂੰ ਛੋਟ ਦਿੱਤੀ ਹੈ। ਭਾਵ ਤੁਹਾਡੀ ਜਿਹੜੀ ਟੋਟਲ ਟੈਕਸੇਬਲ ਇਨਕਮ ਹੋਊਗੀ ਉਹ 56,000 ਘਟ ਜਾਣੀ ਹੈ। ਤਾਂ ਜੇ ਮੈਂ ਇਹਦੇ 20% ਦੀ ਗੱਲ ਕਰਾਂ ਤਾਂ ਲਗਭਗ ਤੁਹਾਨੂੰ 12,000 ਰੁਪਏ ਦਾ ਇਨਕਮ ਟੈਕਸ ਜਿਹੜਾ ਹੈ ਤਾਂ ਬਚਤ ਹੋ ਸਕਦੀ ਹੈ। ਤੁਸੀਂ ਜਿਹੜਾ ਪਿਛਲੇ ਸਾਲ ਦਾ ਜਿਹੜਾ ਕਲੇਮ ਹੈ ਉਹ ਲੈ ਸਕਦੇ ਹੋ। 12% ਦੇ ਉੱਪਰ 4% ਤੁਹਾਡਾ ਸੈਸ ਵੀ ਹੈ, ਪਲੱਸ ਇੰਟਰਸਟ ਵੀ ਐਡ ਹੋ ਜਾਣਾ ਹੈ। ਲਗਭਗ ਤੁਸੀਂ ਇਹ ਕਹਿ ਸਕਦੇ ਹੋ 13,000 ਦੇ ਕਰੀਬ। ਜੇ ਅਸੀਂ 2014 ਵਾਲੇ ਇੰਪਲਾਈ ਦੇ ਕੇਸ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਇੰਪਲਾਈਜ਼ ਇਦਾਂ ਦੇ ਹੋਣਗੇ ਕਿ ਜਿਹੜੇ 2006-7 ਦੇ ਅਪੁਆਇੰਟੀ ਨੇ, ਉਹਨਾਂ ਨੂੰ 13 ਤੋਂ ਵੀ ਵੱਧ ਸ਼ਾਇਦ 25-30,000 ਤੱਕ ਜਿਹੜਾ ਹੈ ਬੈਨੀਫਿਟ ਹੋ ਜੇ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਕਈ ਇੰਪਲਾਈਜ਼ ਇਦਾਂ ਦੇ ਹੋਣਗੇ ਜਿਹੜੇ ਜਸਟ 5 ਲੱਖ ਤੋਂ ਉੱਪਰ ਗਏ ਹੋਣਗੇ, ਇਸ ਲਿਮਿਟ ਕਰਕੇ ਜਿਹੜਾ ਸਾਡਾ 56,000 ਰੁਪਇਆ ਐਡ ਹੋ ਗਿਆ। ਸਪੋਜ਼ ਉਹ 5,50,000 ਰੁਪਇਆ ਉਹਨਾਂ ਦੀ ਟੈਕਸੇਬਲ ਇਨਕਮ ਬਣ ਗਈ, ਇਹ 56,000 ਐਡ ਹੋਣ ਕਰਕੇ 2019-20-21 ਦੇ ਵਿੱਚ। ਤਾਂ 2020-21 ਦੇ ਵਿੱਚ ਜੇ 5,50,000 ਹੈ ਤਾਂ ਉੱਪਰਲੇ 50,000 ਜਿਹੜਾ ਤੁਹਾਡਾ ਇਸ NPS ਦੇ 4% ਸ਼ੇਅਰ ਕਰਕੇ ਇਨਕਮ ਐਡ ਅਪ ਹੋਗੀ, ਤਾਂ ਤੁਹਾਡਾ 56,000 ਇੱਥੇ ਘਟਦਾ ਹੈ। 12,000 ਦਾ ਤਾਂ ਉਹਨੂੰ ਫਾਇਦਾ ਹੋਣਾ ਹੀ ਹੋਣਾ ਇਹ ਵਾਲੇ ਦਾ। ਨਾਲ ਜਿਹੜਾ 5 ਲੱਖ ਤੋਂ ਥੱਲੇ ਚਲੇ ਜਾਣੀ ਹੈ ਇਨਕਮ, ਲੈਸ ਦੈਨ 5 ਲੱਖ ਹੋ ਜਾਣੀ ਹੈ, ਤਾਂ 12,500 ਦੀ ਰਿਬੇਟ ਉੱਥੇ ਵੀ ਮਿਲ ਜਾਣੀ ਹੈ। ਸੋ ਲਗਭਗ ਜੇ 12,500 ਇਹ ਵੀ ਐਡ ਅਪ ਹੋ ਜਾਂਦਾ ਤਾਂ ਇੱਕ ਬਿਗ ਅਮਾਊਂਟ ਬਣ ਜਾਂਦੀ ਹੈ। ਸੋ ਜਿੰਨਾ ਪੁਰਾਣੇ ਇੰਪਲਾਈਜ਼ ਨੇ 2014 ਤੋਂ ਪਹਿਲਾਂ ਵਾਲੇ ਨੇ, ਉਹਨਾਂ ਨੂੰ ਵੈਸੇ ਬਹੁਤ ਜ਼ਿਆਦਾ ਅਮਾਊਂਟ ਦਾ ਬੈਨੀਫਿਟ ਹੋ ਜਾਣਾ ਇਨਕਮ ਟੈਕਸ ਦਾ, ਕਿਉਂਕਿ ਉਹਨਾਂ ਦਾ ਜਿਹੜਾ NPS ਸ਼ੇਅਰ ਹੈ 4% ਉਹ ਬਹੁਤ ਜ਼ਿਆਦਾ ਹੋਊਗਾ। ਜਿਹੜੇ ਹੁਣੇ ਫਰੈਸ਼ਲੀ ਅਪੁਆਇੰਟ ਨੇ, ਹੋ ਸਕਦਾ ਉਹਨਾਂ ਦੀ ਇਨਕਮ 5 ਲੱਖ ਤੋਂ ਨੀਚੇ ਚਲੇ ਜਾਵੇ ਇਹ ਸ਼ੇਅਰ ਹਟਾਉਣ ਦੇ ਨਾਲ, ਤਾਂ 12,500 ਦਾ ਬੈਨੀਫਿਟ ਉਹਨਾਂ ਨੂੰ ਜ਼ਰੂਰ ਹੋ ਜਾਣਾ ਇਹ ਵਾਲਾ, ਉਹ ਵੀ ਲਗਭਗ 22-25,000 ਦੇ ਕਰੀਬ ਪਹੁੰਚ ਜਾਣਗੇ। ਸੋ ਦੋਸਤੋ, ਕੋਈ ਵੀ ਜਿਹੜਾ ਇੰਡੀਵਿਜੂਅਲ ਹੈ, ਕੋਈ ਵੀ ਜਿਹੜਾ ਤੁਸੀਂ ਫਾਈਨਲ ਡਿਸੀਜਨ ਲੈਣਾ ਹੈ, ਤਾਂ ਮੈਂ ਆਪਣੇ ਚੈਨਲ ਵੱਲੋਂ ਇੱਕ ਰਿਕੁਐਸਟ ਕਰਦਾ ਕਿ ਕੋਈ ਵੀ ਫਾਈਨਲ ਡਿਸੀਜਨ ਲੈਣ ਤੋਂ ਪਹਿਲਾਂ ਤੁਸੀਂ ਜੋ ਤੁਹਾਡਾ ਇਨਕਮ ਟੈਕਸ ਲਾਇਰ ਹੈ ਜਾਂ ਤੁਹਾਡਾ ਕੋਈ ਚਾਰਟਰਡ ਅਕਾਊਂਟੈਂਟ ਤੁਸੀਂ ਹਾਇਰ ਕਰਦੇ ਹੋ, ਜਿਸ ਦੇ ਰਾਹੀਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨਸ ਜਿਹੜੀਆਂ ਫਾਈਲ ਕਰਦੇ ਹੋ, ਉਹਦੀ ਇੱਕ ਉਹਦੇ ਨਾਲ ਸਲਾਹ, ਉਹਦੇ ਨਾਲ ਡਿਸਕਸ਼ਨ ਫਾਈਨਲ ਡਿਸੀਜਨ ਲੈਣ ਤੋਂ ਪਹਿਲਾਂ ਜ਼ਰੂਰ ਕਰੋ। ਇਸ ਚੈਨਲ ਦੇ ਰਾਹੀਂ ਅਸੀਂ ਕੇਵਲ ਤੇ ਕੇਵਲ ਇੱਕ ਸੁਜੈਸਟਿਵ ਵੀਡੀਓ ਤੁਹਾਡੇ ਲਈ ਲੈ ਕੇ ਆਏ ਕਿ ਕੀ ਕੀਤਾ ਜਾ ਸਕਦਾ, ਕੀ ਪੋਸੀਬਿਲਿਟੀਜ਼ ਨੇ, ਕਿੰਨਾ ਕੁ ਤੁਹਾਨੂੰ ਜਿਹੜਾ ਫਾਇਦਾ ਹੋ ਸਕਦਾ ਹੈ। ਸੋ ਕਿਉਂਕਿ ਅਜੇ 22 ਜਿਹੜੀ ਅਸੀਂ 21-22 ਦੀ ਰਿਟਰਨ ਜਿਹੜੀ ਆ ਉਹ ਫਾਈਲ ਕਰਨੀ ਹੈ, ਉਹਦਾ ਪ੍ਰੋਸੈਸ ਅਜੇ ਜਾ ਕੇ ਲਗਭਗ ਜੂਨ-ਜੁਲਾਈ ਦੇ ਵਿੱਚ ਸ਼ੁਰੂ ਹੋਣਾ ਹੈ। ਸੋ ਉਸ ਤੋਂ ਪਹਿਲਾਂ ਸਾਡੇ ਕੋਲ ਟਾਈਮ ਹੈ ਕਿ ਅਸੀਂ 19-20 ਤੇ 20-21 ਜੋ ਸਾਡੇ ਫਾਈਨੈਂਸ਼ੀਅਲ ਈਅਰਸ ਨੇ, ਉਹਨਾਂ ਦੀਆਂ ਰਿਟਰਨਾਂ ਜਿਹੜੀਆਂ ਨੇ ਉਹਨਾਂ ਦੀ ਅਸੀਂ ਘੋਖ ਪੜਤਾਲ ਕਰ ਸਕਦੇ ਹਾਂ ਆਪਣੇ ਇਨਕਮ ਟੈਕਸ ਲਾਇਰ ਦੇ ਨਾਲ ਜਾਂ ਚਾਰਟਰਡ ਅਕਾਊਂਟੈਂਟਸ ਦੇ ਨਾਲ। ਉਹ ਸਾਰਾ ਜਿਹੜਾ ਕੇਸ ਹੈ ਅਸੀਂ ਡਿਸਕਸ ਕਰ ਸਕਦੇ ਹਾਂ, ਕਿਉਂਕਿ ਹਰ ਇੰਡੀਵਿਜੂਅਲ ਦਾ ਜਿਹੜਾ ਇਨਕਮ ਟੈਕਸ ਦਾ ਕੇਸ ਹੁੰਦਾ ਹੈ ਉਹ ਸੈਪਰੇਟ ਹੁੰਦਾ ਹੈ। ਸੋ ਅਸੀਂ ਜਰਨਲਾਈਜ਼ਡ ਇੱਕੋ ਫਾਰਮੂਲਾ ਸਾਰੀ ਪਬਲਿਕ ਦੇ ਉੱਪਰ ਜਾਂ ਸਾਰੇ ਇੰਪਲਾਈਜ਼ ਦੇ ਉੱਪਰ ਨਹੀਂ ਲਗਾ ਸਕਦੇ। ਸੋ ਕੋਈ ਵੀ ਫਾਈਨਲ ਡਿਸੀਜਨ ਲੈਣ ਤੋਂ ਪਹਿਲਾਂ ਆਪਣੇ ਇਨਕਮ ਟੈਕਸ ਲਾਇਰ ਦੇ ਨਾਲ, ਚਾਰਟਰਡ ਅਕਾਊਂਟੈਂਟਸ ਦੇ ਨਾਲ, ਜਾਂ ਖੁਦ ਤੁਸੀਂ ਕੋਈ ਵੀ ਜਿਹੜਾ ਫਾਈਨਲ ਡਿਸੀਜਨ ਲੈਣਾ ਹੈ ਡਿਸਕਸ਼ਨ ਕਰਨ ਤੋਂ ਬਾਅਦ ਹੀ ਲਓ। ਇਹ ਇੱਕ ਜਸਟ ਇੱਕ ਇਨਫੋਰਮੇਟਿਵ ਵੀਡੀਓ ਹੈ। ਉਮੀਦ ਹੈ ਤੁਹਾਨੂੰ ਇਸ ਵੀਡੀਓ ਦੇ ਰਾਹੀਂ
ਬਿਨਾਂ ਸ਼ੱਕ ਇਨਕਮ ਟੈਕਸ ਦੇ ਵਿੱਚ ਜਿਹੜੀ ਬੱਚਤ ਹੈ ਉਹ ਜ਼ਰੂਰ ਹੋਵੇਗੀ। ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਬਾਕੀ ਸਾਥੀਆਂ ਦੇ ਨਾਲ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਤੇ ਆਉਣ ਲਈ ਧੰਨਵਾਦ।